ਉਸ ਤੋਂ ਬਾਅਦ ਜਿਹੜੇ ਮਾਮੇ ਨੇ ਮੇਰੀ ਹੈਲਪ ਕੀਤੀ ਸੀ, ਮੰਮੀ ਦੇ ਚਾਚੇ ਦਾ ਬੇਟਾ ਸੀ, ਉਹਨੇ ਮਤਲਬ ਕਿ ਬੁਰੀ ਨਿਗਾਹ ਮੇਰੇ 'ਤੇ ਰੱਖਣਾ ਸ਼ੁਰੂ ਕਰ ਦਿੱਤੀ। ਮੈਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਕਿ ਗਲਤ ਤਰੀਕੇ ਨਾਲ ਮੈਨੂੰ ਕਿ ਟੱਚਿੰਗ ਕਰਨਾ ਸ਼ੁਰੂ ਕਰ ਦਿੱਤਾ। ਮੈਂ ਭੱਜ ਕੇ ਦਰਵਾਜ਼ਾ ਲੱਗੀ ਬੰਦ ਕਰਨ ਕਿ ਲੱਗਦਾ ਕਿ ਸੱਚੀ ਆ ਗਿਆ ਹੈ। ਜਦੋਂ ਮੈਂ ਦਰਵਾਜ਼ਾ ਬੰਦ ਕਰਨ ਲੱਗੀ ਹਾਂ ਅਤੇ ਉਹਨੇ ਦਰਵਾਜ਼ੇ ਨੂੰ ਧੱਕਾ ਦੇ ਦਿੱਤਾ ਹੈ। ਧੱਕਾ ਦੇਣ ਤੋਂ ਬਾਅਦ ਮੇਰਾ ਜਿਹੜਾ ਹੱਥ ਨਾ ਉਹਦੇ ਗਲ 'ਤੇ ਗਿਆ ਅਤੇ ਬਸ ਅਜੇ ਮੈਂ ਇਹੋ ਗੱਲ ਕਹੀ ਆ ਕਿ ਪਲੀਜ਼ ਇੱਦਾਂ ਨਾ ਕਰ। ਮਾਮਾ ਜੀ ਆਪਣੇ ਕੋਲੇ ਲੈ ਕੇ ਗਏ ਸੀ ਜਦੋਂ ਡੈਡੀ ਇਸ ਤਰ੍ਹਾਂ ਕਰਦੇ ਸੀ, ਅਤੇ ਮਾਮੇ ਦਾ ਮੁੰਡਾ ਵੀ ਮੈਨੂੰ ਬੜੇ ਗੰਦੇ ਗਲਤ ਤਰੀਕੇ ਨਾਲ ਮਤਲਬ ਕਿ ਮੈਨੂੰ ਟੱਚ ਕਰਦਾ ਸੀ ਬੜਾ ਕੁਛ। ਮੈਨੂੰ ਉਦੋਂ ਹੈ ਵੀ ਮੈਂ ਬੱਚੀ ਕਿਸੇ ਨੂੰ ਦੱਸਦੀ ਵੀ ਨਹੀਂ ਹੁੰਦੀ ਸੀ ਡਰਦਿਆਂ। ਕੜੀ ਮੈਨੂੰ ਤਾਂ ਨਹੀਂ ਲੱਗਦਾ ਕਿ ਧੀਆਂ ਦਾ ਮੈਨੂੰ ਇਹੀ ਹੈ ਕਿ ਬਸ ਮਾਂ ਪਿਓ ਜ਼ਰੂਰ ਹੋਣੇ ਚਾਹੀਦੇ ਆ, ਹੋਰ ਕਿਸੇ ਰਿਸ਼ਤੇ 'ਤੇ ਮੈਨੂੰ ਭਰੋਸਾ ਨਹੀਂ ਹੈਗਾ, ਪਰ ਮਾਂ ਪਿਓ ਜ਼ਰੂਰ ਹੋਣੇ ਚਾਹੀਦੇ। ਬੋਲੇ ਹਰੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਜਿਹੜੀ ਅਸੀਂ ਇੱਕ ਦਾਸਤਾਨ ਤੁਹਾਨੂੰ ਦਿਖਾਉਣ ਵੀ ਜਾ ਰਹੇ ਹਾਂ ਔਰ ਸੁਣਾਉਣ ਵੀ ਜਾ ਰਹੇ ਹਾਂ, ਉਹ ਹੈ ਇੱਕ ਲੜਕੀ ਹੈ ਜਿਹਦਾ ਨਾਮ ਪਰਵਿੰਦਰ ਕੌਰ ਹੈ। ਔਰ ਪਰਵਿੰਦਰ ਕੌਰ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ, ਇਸ ਤਰ੍ਹਾਂ ਦੀਆਂ ਟਾਈਮ 'ਚ ਘੜੀਆਂ ਆਈਆਂ ਕਿ ਹਰ ਟਾਈਮ ਨੂੰ ਝੱਲਦੇ ਹੋਏ ਉਹ ਹੁਣ ਇੱਥੋਂ ਤੱਕ ਪਹੁੰਚ ਗਏ ਨੇ ਕਿ ਵੀਲ ਚੇਅਰ ਦੇ ਉੱਤੇ ਉਹ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ ਨੇ। ਅਤੇ ਆਓ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਅਤੇ ਉਹਨਾਂ ਦੇ ਹੀ ਜ਼ਬਾਨੀ ਸੁਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਸੀ ਉਹਨਾਂ ਨੂੰ ਆਈਆਂ ਲਾਈਫ ਦੇ ਵਿੱਚ, ਔਰ ਕਿਸ ਤਰ੍ਹਾਂ ਉਹ ਪ੍ਰੋਬਲਮ ਨੂੰ ਦਾ ਇੱਕ ਜਿਹੜਾ ਜਜ਼ਬਾ ਹੈ, ਜਜ਼ਬੇ ਆਪਣੇ ਨੂੰ ਲੈ ਕੇ ਪ੍ਰੋਬਲਮ ਜਿਹੜੀਆਂ ਹੈਗੀਆਂ ਦੂਰ ਕਰ ਰਹੇ ਨੇ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਕੀ ਤੁਹਾਡਾ ਹੈਗਾ, ਔਰ ਸਭ ਤੋਂ ਪਹਿਲੇ ਤੁਸੀਂ ਆਪਣੇ ਬਾਰੇ ਦੱਸੋ। ਹਾਂਜੀ, ਮੇਰਾ ਨਾਮ ਪਰਮਿੰਦਰ ਆ, ਤੋਂ ਮੈਂ ਕਾਦੀਆਂ ਤੋਂ ਰਾਮਪੁਰੇ ਤੋਂ ਆ। ਪਰਮਿੰਦਰ ਜੀ, ਅਸੀਂ ਸੋਸ਼ਲ ਮੀਡੀਆ 'ਤੇ ਵੀ ਤੁਹਾਡਾ ਇੰਟਰਵਿਊ ਸੁਣਿਆ ਸੀ, ਔਰ ਉਹਦੇ ਵਿੱਚ ਸੁਣਿਆ ਸੀ ਕਿ ਤੁਸੀਂ ਉਦੋਂ 12 ਸਾਲ ਦੇ ਸੀ ਜਦੋਂ ਤੋਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਤੁਸੀਂ ਆਪ ਹੀ ਦੱਸੋ ਕਿ ਕੀ ਕਹਾਣੀ, ਕੀ ਇਸ ਤਰ੍ਹਾਂ ਦਾ ਦੁੱਖ ਜਿਹੜਾ ਸੀ, ਦੁੱਖ ਦੀ ਘੜੀ ਤੁਹਾਡੇ 'ਤੇ ਆਈ ਸੀ ਕਿ ਤੁਹਾਨੂੰ ਵੀਲ ਚੇਅਰ 'ਤੇ ਆਉਣਾ ਪੈ ਗਿਆ। ਮਤਲਬ ਕਿ ਜਦੋਂ ਛੋਟੇ ਸੀ ਹੈ ਨਾ, ਮੰਮੀ ਪਾਪਾ ਦੀ ਮਤਲਬ ਕਿ ਮੰਮੀ ਦੀ ਪਹਿਲਾਂ ਡੈਥ ਹੋ ਗਈ। ਜਦੋਂ ਮੰਮਾ ਦੀ ਡੈਥ ਹੋਈ ਅਤੇ ਉਸ ਤੋਂ ਬਾਅਦ ਮਤਲਬ ਕਿ ਕੁਝ ਦੁਰਘਟਨਾ ਆਈ ਪਾਪਾ ਨੂੰ, ਮਤਲਬ ਕਿ ਜਦੋਂ ਪਾਪਾ ਜੇਲ੍ਹ ਦੇ ਵਿੱਚ ਸੀ, ਪਾਪਾ ਜੇਲ੍ਹ 'ਚ ਜਦੋਂ ਉੱਥੋਂ ਆਏ ਤਾਂ ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਕਿ ਮੰਮਾ ਦੀ ਡੈਥ ਬਾਰੇ ਵਿੱਚ ਹੋ ਚੁੱਕੀ ਆ, ਅਤੇ ਪਾਪਾ ਦੇ ਵੀ ਦਿਮਾਗ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਜਿਹਾ ਪੈ ਗਿਆ। ਤਾਂ ਉਹ ਵੀ ਮੈਨੂੰ ਕਿ ਜਦੋਂ ਲੜਦੇ ਸੀ, ਉਹ ਵੀ ਜਦੋਂ ਮੈਨੂੰ ਬਾਹਰ ਕੱਢ ਦਿੰਦੇ ਸੀ। ਉਸ ਤੋਂ ਬਾਅਦ ਮੈਨੂੰ ਮੇਰੇ ਮਾਮਾ ਜੀ ਲੈ ਗਏ ਤਰਦਿਓ ਪਿੰਡ ਦੇ ਵਿੱਚ। ਮੈਂ ਆਪਣੇ ਨਾਨਕੇ ਘਰ ਰਹੀ ਹਾਂ। ਨਾਨਕੇ ਘਰ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਮੈਨੂੰ ਮੰਗ ਦਿੱਤਾ ਹੈ ਛੇਤੀ। ਮੰਗਣ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋਈ ਆ, ਮੇਰੀ ਮੈਰਿਜ 'ਚ ਬਹਾਲ ਹੋਈ ਆ। ਮੈਰਿਜ ਤੋਂ ਬਾਅਦ ਉੱਥੇ ਮੈਂ 14-15 ਸਾਲ ਆਪਣੇ ਉੱਥੇ ਰਹੀ ਹੋਈ ਹਾਂ। 14-15 ਸਾਲ ਦੇ ਵਿੱਚ ਮਤਲਬ ਕਿ ਮੇਰੀਆਂ 3 ਬੇਟੀਆਂ, 1 ਬੇਟਾ ਹੈ ਜੋ ਉੱਥੇ ਹੀ ਨੇ। ਕੁਝ ਗੱਲਾਂ ਉਹੋ ਜਿਹੀਆਂ ਵੀ ਹੋ ਗਈਆਂ ਕਿ ਉਹ ਸ਼ਰਾਬੀ ਕਿਤਾਬੀ ਬਹੁਤ ਜ਼ਿਆਦਾ ਮੈਨੂੰ ਮਤਲਬ ਕਿ ਮਾਰਦਾ ਕੁੱਟਦਾ ਬਹੁਤ ਜ਼ਿਆਦਾ ਸੀ। ਇਸ ਕਰਕੇ ਮੈਂ ਮਤਲਬ ਕਿ ਦੁਬਾਰਾ ਇੱਥੇ ਆ ਗਈ ਆਪਣੇ ਪੇਕੇ ਘਰ। ਪੇਕੇ ਵਗੈਰਾ ਤਾਂ ਕੋਈ ਮਿਲਦਾ ਹੀ ਨਹੀਂ ਸੀ ਮੈਨੂੰ, ਨਾ ਚਾਚੇ ਤਾਏ ਮਿਲਦੇ ਸੀ, ਨਾ ਮਾਮਾ ਜੀ ਹੁਣੀ ਮਿਲਦੇ ਸੀ। ਜਦੋਂ ਮੈਂ ਆਪਣੇ ਇੱਥੇ ਆਈ ਹੋਈ ਸੀ ਅਤੇ ਆਪਣੀ ਭੂਆ ਦੇ ਕੋਲੇ ਮੈਂ ਸਭ ਤੋਂ ਪਹਿਲਾਂ ਗਈ ਹਾਂ ਕਿ ਜਦੋਂ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਜ਼ਿਆਦਾ, ਮੈਂ ਉੱਥੇ ਚਲੀ ਗਈ ਹਾਂ। ਇਹ ਬਾਰੇ 'ਚ ਮੈਨੂੰ ਫਿਰ ਉੱਥੇ ਛੱਡ ਕੇ ਆਏ। ਇੱਦਾਂ ਕਰਕੇ ਮਤਲਬ ਕਿ ਮੇਰਾ ਡਿਵੋਰਸ ਹੋ ਗਿਆ ਹੈ। ਡਿਵੋਰਸ ਹੋਣ ਤੋਂ ਬਾਅਦ ਮੈਂ ਆਪਣੇ ਭੂਆ ਦੇ ਕੋਲੇ ਮਜੀਠੇ ਰਹੀ ਹੋਈ ਹਾਂ। ਉਹਨਾਂ ਨੇ ਮੈਨੂੰ ਸਿਲਾਈ ਦਾ ਕੰਮ ਸਿਖਾਇਆ ਸੀ। ਸਿਲਾਈ ਦਾ ਬਾਅਦ ਵਿੱਚ ਸ਼ੁਰੂ ਕੀਤਾ ਕੰਮ। ਭੂਆ ਦੇ ਕੋਲ ਰਹੀ ਹਾਂ। ਫਿਰ ਭੂਆ ਦੇ ਕੋਲ ਵੀ ਥੋੜ੍ਹਾ ਜਿਹਾ ਖੁੰਦਕ ਜਿਹੀ ਹੋਣ ਲੱਗ ਪਈ ਥੋੜ੍ਹੀ ਗੱਲਾਂ ਦੀ। ਉਸ ਤੋਂ ਬਾਅਦ ਮੈਂ ਆਪਣੇ ਚਾਚੀ ਉਹਨਾਂ ਦੇ ਕੋਲ ਚਲ ਗਈ। ਉਹਨਾਂ ਦੀ ਬੇਟੀ ਦੀ ਮੈਰਿਜ ਸੀ, ਉੱਥੇ ਮੈਂ ਰਹੀ 3-4 ਮਹੀਨੇ। ਉਸ ਤੋਂ ਬਾਅਦ ਜਦੋਂ ਚਾਚਾ ਜੀ ਦਾ ਮਤਲਬ ਕਿ ਪੂਰਾ ਉੱਥੋਂ ਹੋ ਗਿਆ ਫ੍ਰੀ, ਕੰਮ ਕੁਮ ਸਾਰਾ ਨਿਬੜ ਗਿਆ, ਫਿਰ ਉੱਥੋਂ ਵੀ ਥੋੜ੍ਹੀਆਂ ਬਹੁਤੀਆਂ ਗੱਲਾਂ ਹੋਣ ਲੱਗ ਪਈਆਂ ਮੈਨੂੰ ਕਿ ਤੂੰ ਕੋਈ ਕੰਮ ਕਰ ਲਾ, ਇੱਥੇ ਲੋਕ ਪੁੱਛਦੇ ਆ ਕਿ ਤੁਹਾਡੀ ਕੁੜੀ ਬੈਠੀ ਹੋਈ ਹੈ ਡਿਵੋਰਸੀ, ਇੱਦਾਂ ਵਾ। ਉੱਥੋਂ ਫਿਰ ਮੈਂ ਦੁਬਾਰਾ ਭੂਆ ਦੇ ਕੋਲ ਆ ਗਈ ਮਜੀਠੇ। ਜਦੋਂ ਫਿਰ ਭੂਆ ਦੇ ਕੋਲ ਆਈ ਅਤੇ ਭੂਆ ਜੀ ਕਹਿੰਦੇ ਕਿ ਉਹਨਾਂ ਦੀ ਇਕੱਲੀ ਬੇਟੀ ਸੀ, ਉਹਦਾ ਵਿਆਹ ਹੋ ਗਿਆ ਅਤੇ ਤੂੰ ਹੁਣ ਘਰ ਰਹਿਣਾ ਸੀ, ਅਤੇ ਤੂੰ ਵੀ ਉੱਥੋਂ ਵਾਪਸ ਆ ਗਈ ਆ ਕਿ ਪਿੰਦਰ ਤੂੰ ਉੱਥੇ, ਤੇਰਾ ਵੀ ਹੱਕ ਪੂਰਾ ਹੈ ਅਤੇ ਤੂੰ ਉੱਥੇ ਹੀ ਰਹਿਣਾ ਸੀ। ਚਲੋ ਮੈਨੂੰ ਥੋੜ੍ਹਾ ਜਿਹਾ ਬੜਾ ਹੋਰ ਤਰ੍ਹਾਂ ਫੀਲ ਹੋਇਆ।
ਉਸ ਤੋਂ ਬਾਅਦ ਮੈਂ ਉੱਥੇ ਆ ਗਈ ਬਟਾਲੇ, ਮਤਲਬ ਕਿ ਮੈਂ ਰੂਮ ਲਿਆ ਹੈ। ਮੇਰੇ ਮੰਮੀ ਦੇ ਚਾਚੇ ਦਾ ਬੇਟਾ ਸੀ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਸੀ ਉਸ ਟਾਈਮ ਦੇ ਵਿੱਚ, ਉਹਨਾਂ ਨੇ ਮੈਨੂੰ ਮਤਲਬ ਕਿ ਰੂਮ ਲੈ ਕੇ ਦਿੱਤਾ ਹੈ। ਅਤੇ ਉੱਥੇ ਬਟਾਲੇ ਫਿਰ ਮੈਂ ਸ਼ਿਫਟ ਹੋ ਗਈ। ਬਟਾਲੇ ਫਿਰ ਮੈਂ ਪਹਿਲਾਂ ਸਿਲਾਈ ਕਰਦੀ ਰਹੀ ਹਾਂ। ਫਿਰ ਇੱਕ ਭਾਜੀ ਸੀ, ਉਹਨਾਂ ਨੇ ਮੈਨੂੰ ਮਤਲਬ ਕਿ ਪਾਰਲਰ ਦਾ ਕੰਮ ਸਿਖਾ ਦਿੱਤਾ ਹੈ ਕਿ ਮੈਂ ਬਾਅਦ 'ਚ ਪਾਰਲਰ ਦਾ ਕੰਮ ਕਰ ਲੈਣਾ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਜਿਹੜੇ ਮਾਮੇ ਨੇ ਮੇਰੀ ਹੈਲਪ ਕੀਤੀ ਸੀ, ਮੰਮੀ ਦੇ ਚਾਚੇ ਦਾ ਬੇਟਾ ਸੀ, ਉਹਨੇ ਮਤਲਬ ਕਿ ਬੁਰੀ ਨਿਗਾਹ ਮੇਰੇ 'ਤੇ ਰੱਖਣਾ ਸ਼ੁਰੂ ਕਰ ਦਿੱਤੀ। ਮੈਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਕਿ ਗਲਤ ਤਰੀਕੇ ਨਾਲ ਮੈਨੂੰ ਕਿ ਟੱਚਿੰਗ ਕਰਨਾ ਸ਼ੁਰੂ ਕਰ ਦਿੱਤਾ। ਬਾਅਦ 'ਚ ਜਦੋਂ ਇੱਥੋਂ ਤੱਕ ਗੱਲ ਪਹੁੰਚੀ ਅਤੇ ਮੈਂ ਇੱਕ ਦਿਨ ਹਾਦਸਾ ਇੱਦਾਂ ਦਾ ਹੋਇਆ ਕਿ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਡਿਆ ਸੀ। ਮੈਂ ਫੜ ਕੇ ਦਰਖਾਸਤ ਦੇ ਦਿੱਤੀ ਥਾਣੇ। ਜਦੋਂ ਥਾਣੇ ਦਰਖਾਸਤ ਦਿੱਤੀ ਆ, ਉਦੋਂ ਰਸਤਾ ਖੁੱਲ੍ਹਿਆ ਹੋਇਆ ਸੀ ਮੇਰੇ ਖਿਆਲ ਨਾਲ ਕਰਤਾਰਪੁਰ ਦਾ ਰਸਤਾ ਖੁੱਲ੍ਹਿਆ ਹੋਇਆ ਸੀ, ਅਤੇ ਪੁਲਿਸ ਨੇ ਨਹੀਂ ਕੀਤੀ ਨਹੀਂ ਭੱਜ ਨੱਠ, ਪਰ ਉਹਨੂੰ ਥੋੜ੍ਹਾ ਬਹੁਤਾ ਕੀਤਾ ਹੋਊਗਾ ਟੌਰਚਰ। ਫਿਰ ਉਹਨੇ ਮੇਰੇ ਫ਼ੋਨ 'ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੂੰ ਮੇਰੀ ਬਦਨਾਮੀ ਕਰਾਤੀ ਹੈ, ਇੱਦਾਂ ਕਰਾਤਾ ਹੈ, ਉੱਦਾਂ ਕਰਾਤਾ ਹੈ, ਤੈਨੂੰ ਮੈਂ ਛੱਡਣਾ ਨਹੀਂ ਹੈ, ਤੈਨੂੰ ਮੈਂ ਮਾਰ ਦੇਣਾ ਹੈ। ਧਮਕੀ ਦਿੰਦਾ ਮੈਨੂੰ ਇਹ ਹੀ ਕਿ ਮੈਨੂੰ ਇਹਨੇ ਮਾਰਨਾ ਨਹੀਂ ਆ, ਸਿਰਫ ਉੱਦਾਂ ਹੀ ਧਮਕੀਆਂ ਦੇਣ ਡਿਆ ਫੋਕੀਆਂ। ਬਸ ਉਸ ਤੋਂ ਬਾਅਦ ਹੀ ਆਪਣਾ ਸੰਡੇ ਦਾ ਦਿਨ ਸੀ ਅਤੇ ਮੈਂ ਘਰ ਹੀ ਸੀ ਉਦਣ ਸ਼ਾਮ ਨੂੰ, ਮਤਲਬ ਕਿ ਇੱਕ ਥੱਲੇ ਫਾਇਰ ਹੋਇਆ ਹੈ ਅਤੇ ਮੈਂ ਪਾਠ ਕਰਦੀ ਪਈ ਸੀ। ਜਦੋਂ ਫਾਇਰ ਦੀ ਆਵਾਜ਼ ਆਈ ਅਤੇ ਮੈਂ ਭੱਜ ਕੇ ਦਰਵਾਜ਼ਾ ਲੱਗੀ ਬੰਦ ਕਰਨ, ਕਿ ਲੱਗਦਾ ਕਿ ਸੱਚੀ ਆ ਗਿਆ ਹੈ। ਜਦੋਂ ਮੈਂ ਦਰਵਾਜ਼ਾ ਬੰਦ ਕਰਨ ਲੱਗੀ ਹਾਂ ਅਤੇ ਉਹਨੇ ਦਰਵਾਜ਼ੇ ਨੂੰ ਧੱਕਾ ਦੇ ਦਿੱਤਾ ਹੈ। ਧੱਕਾ ਦੇਣ ਤੋਂ ਬਾਅਦ ਮੇਰਾ ਜਿਹੜਾ ਹੱਥ ਨਾ ਉਹਦੇ ਗਲ 'ਤੇ ਗਿਆ, ਅਤੇ ਬਸ ਅਜੇ ਮੈਂ ਇਹੋ ਗੱਲ ਕਹੀ ਆ ਕਿ ਪਲੀਜ਼ ਇੱਦਾਂ ਨਾ ਕਰ। ਉਹਨੇ ਮੈਨੂੰ ਧੱਕਾ ਦੇ ਦਿੱਤਾ। ਧੱਕਾ ਦੇਣ ਤੋਂ ਬਾਅਦ ਮੈਨੂੰ ਉਸ ਦਾ ਟਾਈਮ ਉਹਨੇ ਸ਼ੂਟ ਕਰ ਦਿੱਤਾ ਹੈ। ਜਿਹੜਾ ਸ਼ੂਟ ਕੀਤਾ ਸੀ ਉਹਨਾਂ ਨੇ, ਮਤਲਬ ਕਿੱਥੇ ਤੁਹਾਡੇ ਗੋਲੀ ਵੱਜੀ ਸੀ ਕਿ ਇੱਥੋਂ ਤੱਕ ਜਿਹੜੀ ਹੈਗੀ ਹੈ ਤੁਹਾਡੀ ਹਾਲਤ ਜਿਹੜੀ ਹੈ ਹੋ ਗਈ ਹੈ? ਜਿਹੜਾ ਸ਼ੂਟ ਹੋਇਆ ਹੈ ਉਹ ਮੇਰੀ ਲੱਕ ਦੇ ਰੀੜ੍ਹ ਦੀ ਹੱਡੀ ਦੇ ਬਿਲਕੁਲ ਨਜ਼ਦੀਕ ਹੋਇਆ ਹੈ, ਕਿ ਸੈਂਟਰ ਜਿਹਦੇ ਵਿੱਚ ਆਹ ਚੀਜ਼ ਦੇ ਵਿੱਚ ਹੋਇਆ ਹੈ। ਉਹਦੇ ਜਦੋਂ ਰੀੜ੍ਹ ਦੀ ਹੱਡੀ ਨਾਲ ਟੱਚ ਹੋਈ ਆ ਗੋਲੀ, ਉਹ ਪੂਰਾ ਕਹਿੰਦੇ ਕਿ ਥੱਲੜਾ ਸਿਸਟਮ ਉਹਦੇ ਨਾਲ ਹਿੱਲ ਗਿਆ, ਮਤਲਬ ਕਿ ਚੱਲਦਾ ਨਹੀਂ ਹੈ, ਸਾਰਾ ਸੁੰਨ ਪੈ ਗਿਆ ਹੈ ਉਹਦੇ ਨਾਲ। ਜਿਸ ਤਰ੍ਹਾਂ ਕਿ ਪਰਵਿੰਦਰ ਕਿਹਾ ਜਾਂਦਾ ਕਿ ਖਾਸ ਕਰਕੇ ਕੁੜੀਆਂ ਧੀਆਂ ਆਪਣੇ ਪੇਕਿਆਂ ਦੇ ਵਿੱਚ ਜਿਹੜੀ ਹੈ ਨਾ, ਉਹ ਬੜੀ ਹਿਫਾਜ਼ਤ ਦੇ ਵਿੱਚ ਹੁੰਦੀਆਂ, ਔਰ ਇੰਨਾ ਡਰ ਉਹਨਾਂ ਨੂੰ ਬਾਹਰਲੀ ਦੁਨੀਆ ਤੋਂ ਨਹੀਂ ਹੁੰਦਾ। ਜੇ ਉਹ ਜਿਹੜੀ ਤੁਸੀਂ ਜਿਹੜੀ ਦੱਸੀ ਆਪਣੀ, ਕਿ ਆਪਣੇ ਹੀ ਕਿਉਂ ਇਸ ਤਰ੍ਹਾਂ ਕਰਨਾ ਲੱਗ ਪੈਂਦੇ ਕਿ ਆਪਣੇ ਹੀ ਬੱਚਿਆਂ ਦੇ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੰਦੇ। ਮੈਂ ਕੁਛ ਨਹੀਂ ਮਤਲਬ ਦੱਸ ਸਕਦੀ ਹੈਗੀ, ਪਰ ਮੇਰੇ ਨਾਲ ਬਹੁਤ ਕੁਛ ਹੋਇਆ ਹੈ, ਬਹੁਤ ਜ਼ਿਆਦਾ ਕੁਛ। ਮਾਮਾ ਜੀ ਆਪਣੇ ਕੋਲੇ ਲੈ ਕੇ ਗਏ ਸੀ ਜਦੋਂ ਡੈਡੀ ਇਸ ਤਰ੍ਹਾਂ ਕਰਦੇ ਸੀ, ਅਤੇ ਮਾਮੇ ਦਾ ਮੁੰਡਾ ਵੀ ਮੈਨੂੰ ਬੜੇ ਗੰਦੇ ਗਲਤ ਤਰੀਕੇ ਨਾਲ ਮਤਲਬ ਕਿ ਮੈਨੂੰ ਟੱਚ ਕਰਦਾ ਸੀ, ਬੜਾ ਕੁਛ। ਮੈਨੂੰ ਉਦੋਂ ਹੈ ਵੀ ਮੈਂ ਬੱਚੀ, ਕਿਸੇ ਨੂੰ ਦੱਸਦੀ ਵੀ ਨਹੀਂ ਹੁੰਦੀ ਸੀ ਡਰਦਿਆਂ। ਘੜੀ ਮੈਨੂੰ ਤਾਂ ਨਹੀਂ ਲੱਗਦਾ ਕਿ ਧੀਆਂ ਦਾ, ਮੈਨੂੰ ਇਹੀ ਹੈ ਕਿ ਬਸ ਮਾਂ ਪਿਓ ਜ਼ਰੂਰ ਹੋਣੇ ਚਾਹੀਦੇ ਆ, ਹੋਰ ਕਿਸੇ ਰਿਸ਼ਤੇ 'ਤੇ ਮੈਨੂੰ ਭਰੋਸਾ ਨਹੀਂ ਹੈਗਾ, ਪਰ ਮਾਂ ਪਿਓ ਜ਼ਰੂਰ ਹੋਣੇ ਚਾਹੀਦੇ, ਕਿ ਮਾਂ ਪਿਓ ਤੋਂ ਬਗੈਰ ਕੁਛ ਵੀ ਨਹੀਂ ਹੈਗਾ। ਮੰਮੀ ਤੁਹਾਡੇ ਤੁਸੀਂ ਕਿੱਡੇ ਕੁ ਸੀ ਜਦੋਂ ਉਹ ਐਕਸਪਾਇਰ ਹੋ ਗਏ ਆ, ਔਰ ਜਦੋਂ ਤੁਸੀਂ ਦੱਸ ਰਹੇ ਸੀ ਕਿ ਕੀ ਕਾਰਨ ਬਣ ਗਿਆ ਸੀ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੂੰ ਵੀ ਜੇਲ੍ਹ ਜਾਣਾ ਪੈ ਗਿਆ ਸੀ? ਪਾਪਾ ਮਤਲਬ ਕਿ ਟਰੱਕ ਚਲਾਉਂਦੇ ਸੀ ਗਵਾਲੀਅਰ, ਟਰੱਕ ਚਲਾਉਂਦੇ ਸੀ, ਅਤੇ ਉਹ ਟਰੱਕ ਬੈਕ ਕਰਨ ਦੇ, ਅਤੇ ਉਹਨਾਂ ਕੋਲ ਬੰਦਾ ਪਿੱਛੇ ਮਤਲਬ ਕਿ ਖਤਮ ਹੋ ਗਿਆ ਸੀ ਬੰਦਾ। ਉਹਦੇ ਕਰਕੇ ਪਾਪਾ ਘਰੇ ਰਹਿਣਾ ਸ਼ੁਰੂ, ਮਤਲਬ ਕਿ ਜੇਲ੍ਹ 'ਚ ਵਿੱਚੋਂ ਮਤਲਬ ਕਿ ਕੋਈ ਦਰਖਾਸਤਾਂ ਵਗੈਰਾ, ਮੈਨੂੰ ਨਹੀਂ ਇੰਨੀ ਨੌਲੇਜ ਨਹੀਂ ਹੈਗੀ, ਉਹਦੇ ਬਾਰੇ ਪਤਾ ਨਹੀਂ ਆ, ਅਤੇ ਪਾਪਾ ਨਹੀਂ ਜਾਂਦੇ ਸੀ, ਇਸ ਕਰਕੇ ਉਹਨਾਂ ਨੂੰ ਫਿਰ ਤਿਹਾੜ ਜੇਲ੍ਹ 'ਚ ਮਤਲਬ ਕਿ ਦਿੱਲੀ ਲੈ ਕੇ ਗਏ ਸੀ ਉਹਨਾਂ ਨੂੰ। ਦਿੱਲੀ ਉਹ 2-3 ਸਾਲ ਮੇਰੇ ਖਿਆਲ ਨਾਲ ਜੇਲ੍ਹ ਦੇ ਵਿੱਚ ਰਹੇ। ਇਸ ਕਰਕੇ ਅਸੀਂ ਵੀ ਉੱਥੇ ਛੋਟੇ ਹੀ, ਮੰਮਾ ਵੀ ਬੜੇ ਪਰੇਸ਼ਾਨ ਸੀ। ਫਿਰ ਮੰਮਾ ਸਾਨੂੰ ਪੰਜਾਬ ਮਾਮਾ ਜੀ ਹੁਣਾਂ ਦੇ ਕੋਲ ਲੈ ਆਏ ਕਿ ਚੱਲ ਇੱਥੇ ਰਹੋਗੇ ਤੁਸੀਂ। ਮੰਮਾ ਨੇ ਬਹੁਤ ਜ਼ਿਆਦਾ ਟੈਨਸ਼ਨ ਲੈ ਲਈ, ਅਤੇ ਮੰਮਾ ਨੂੰ TB ਹੋ ਗਈ। TB ਹੋਣ ਤੋਂ ਬਾਅਦ ਦਾਦਕਿਆਂ ਨੂੰ ਵੀ ਬੜਾ ਕੁਛ ਕਿਹਾ ਕਿ ਚਲੋ ਸਾਡੀ ਮੰਮਾ ਦਾ ਇਲਾਜ ਕਰਾ ਦਿਓ, ਪਰ ਕਿਸੇ ਨੇ ਨਹੀਂ ਕਰਾਇਆ ਹੈਗਾ ਮੰਮੀ ਦਾ ਇਲਾਜ, ਅਤੇ ਮੰਮੀ ਦੀ TB ਜ਼ਿਆਦਾ ਹੀ ਕੁਛ ਵੱਧ ਗਈ, ਉਹਦੇ ਕਰਕੇ ਮੰਮਾ ਦੀ ਡੈਥ ਹੋ ਗਈ। ਅਤੇ ਮੈਂ 11-12 ਸਾਲ ਦੀ ਸੀ ਜਦੋਂ ਮੰਮਾ ਦੀ ਡੈਥ ਹੋਈ।
ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਇੱਕ ਗੱਲ ਬੜੀ ਤੁਹਾਡੀ ਇੰਟਰਵਿਊ ਦੇ ਵਿੱਚ ਵੀ ਚੱਲਦੀ ਸੀ ਕਿ ਜਦੋਂ ਤੁਹਾਡੇ ਕਹਿੰਦੇ ਕਿ ਜਿਹੜੀਆਂ ਧੀਆਂ ਹੁੰਦੀਆਂ, ਧੀਆਂ ਦਾ ਜਿਹੜਾ ਪਿਆਰ ਹੈ ਉਹ ਜ਼ਿਆਦਾ ਮਾਂ ਪਿਓ ਦੇ ਨਾਲ ਹੁੰਦਾ, ਅਤੇ ਮਾਂ ਪਿਓ ਦਾ ਵੀ ਜਿਹੜਾ ਹੈਗਾ ਪਿਆਰ ਬਹੁਤ ਧੀਆਂ ਨਾਲ ਹੁੰਦਾ। ਲੇਕਿਨ ਕੁਛ ਪਤਾ ਲੱਗਾ ਕਿ ਕੁਛ ਕਾਰਨਾਂ ਕਰਕੇ ਤੁਹਾਡੇ ਜਿਹੜੇ ਫਾਦਰ ਹੈ ਉਹ ਵੀ ਤੁਹਾਨੂੰ ਕੁੱਟਦੇ ਮਾਰਦੇ ਰਹੇ ਸੀ। ਉਹਦਾ ਕੀ ਕਾਰਨ ਸੀ? ਦਾ ਕਾਰਨ ਇਹ ਸੀ ਕਿ ਜਦੋਂ ਡੈਡੀ ਜੇਲ੍ਹ ਦੇ ਵਿੱਚੋਂ ਆਏ ਸੀ ਨਾ ਵਾਪਸ, ਤੇ ਡੈਡੀ ਨੂੰ ਨਹੀਂ ਸੀ ਪਤਾ ਹੈਗਾ ਕਿ ਮੇਰੀ ਵਾਈਫ ਦੀ ਵੀ ਡੈਥ ਹੋ ਗਈ ਆ, ਕਿ ਮੇਰੀ ਮੰਮਾ ਦੀ ਵੀ ਡੈਥ ਹੋ ਗਈ ਆ, ਕਿ ਮੇਰੀ ਦਾਦੀ ਦੀ ਵੀ ਨਾਲ ਹੀ ਹੋ ਗਈ ਸੀ। ਜਦੋਂ ਕਾਦੀਆਂ ਆਏ ਜੇਲ੍ਹ ਦੇ ਵਿੱਚੋਂ, ਕਾਦੀਆਂ 'ਚ ਖਲੋਤੇ ਹੋਏ ਸੀ, ਤੇ ਉਦੋਂ ਹੀ ਉਹਨਾਂ ਨੂੰ ਕਿਸੇ ਨੇ ਹਿਰਖ ਕਰ ਦਿੱਤਾ, ਦਾਦੀ ਵੱਲੋਂ ਵੀ ਕਰ ਦਿੱਤਾ ਅਤੇ ਮੰਮਾ ਵੱਲੋਂ ਵੀ ਕਰ ਦਿੱਤਾ। ਉਹਨਾਂ ਨੂੰ ਇੱਕਦਮ ਸ਼ੌਕ ਲੱਗ ਗਿਆ ਕਿ ਦੋਨੋਂ ਨਹੀਂ ਰਹੀਆਂ ਹੈਗੀਆਂ, ਹੈ ਨਾ। ਅਤੇ ਉਦੋਂ ਮਤਲਬ ਕਿ ਉਹ ਮੈਂਟਲਾਂ ਵਾਂਗੂ ਡੈ ਪਿਆ ਸੀ ਪਾਪਾ ਕਰਨ, ਥੋੜ੍ਹਾ ਜਿਹਾ ਦਿਮਾਗ ਤੋਂ ਹੋ ਗਏ ਸੀ। ਅਤੇ ਜਦੋਂ ਵੀ ਮਤਲਬ ਕਿ ਘਰ ਮੈਂ ਦੇਖਦੀ ਸੀ, ਚਾਹੇ ਕਿੱਦਾਂ ਵੀ, ਹੈ ਨਾ, ਕੁਛ ਵੀ ਮੈਂ ਕਹਿ ਦਿੰਦੀ ਸੀ ਨਾ, ਤਾਂ ਉਹਨਾਂ ਨੂੰ ਮੇਰੀ ਗੱਲ ਬੜੀ ਚੁੱਭਦੀ ਹੁੰਦੀ ਸੀ। ਇਸ ਕਰਕੇ ਮਤਲਬ ਕਦੀ ਕਦਾ ਹੱਥ ਮੇਰੇ, ਇਹ ਨਹੀਂ ਕਿ ਮੇਰੇ 'ਤੇ ਹੀ, ਚਾਚੀਆਂ ਨਾਲ ਵੀ ਲੜ ਪੈਂਦੇ ਹੁੰਦੇ ਸੀ ਛੋਟੀ ਛੋਟੀ ਗੱਲ ਤੋਂ, ਚਿੜਚਿੜਾ ਜਿਹਾਪਨ, ਤਾਂ ਕਰਕੇ ਪਾਪਾ ਮਤਲਬ ਕਿ ਇਸ ਤਰ੍ਹਾਂ ਕਰਦੇ ਸੀ। ਹੋਰ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਵੇਖੋ, ਹੁਣ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਕੁੜੀਆਂ ਜਿਹੜੀਆਂ ਹੈਗੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੈ, ਲੇਕਿਨ ਇੱਕ ਜੋ ਤੁਹਾਡੇ ਨਾਲ ਬੀਤੀ ਹੈ ਉਹ ਤੋਂ ਇੱਕ ਸਿੱਧ ਵੀ ਹੁੰਦਾ ਕਿ ਲੜਕੀਆਂ ਨਾਲ ਹੀ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਵਾ। ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ ਹੈਗੀ, ਕੁਛ ਵੀ ਨਹੀਂ। ਹੁਣ ਪਰਿਵਾਰ ਦੇ ਵਿੱਚ ਤੁਹਾਡੇ ਕਿੰਨੇ ਬੱਚੇ ਨੇ ਹੈਗੇ, ਔਰ ਬੱਚੇ ਕਿੱਥੇ ਨੇ, ਔਰ ਕੀ ਕਰਦੇ ਪਏ ਨੇ ਬੱਚੇ? ਪਰਿਵਾਰ ਦੇ ਵਿੱਚ ਮਤਲਬ ਕਿ ਮੇਰੇ 4 ਬੱਚੇ ਆ, 3 ਬੇਟੀਆਂ ਹੈ, 1 ਬੇਟਾ ਹੈ। ਬੇਟਾ ਜਿਹੜਾ ਹੈ ਉਹ ਲੁਧਿਆਣੇ ਆ, ਅਤੇ ਬੇਟੀਆਂ ਜਿਹੜੀ ਆਪਣੇ ਪਾਪਾ ਦੇ ਕੋਲ ਹੀ ਹੈ। ਲੁਧਿਆਣੇ ਬੇਟਾ ਆਪਣੀ ਭੂਆ ਦੇ ਕੋਲ ਹੀ ਰਹਿੰਦਾ ਹੈ, ਉੱਥੇ ਮਤਲਬ ਕੰਮ ਸਿੱਖਦਾ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਮਾਂ ਦੇ ਜਿਗਰ ਦੇ ਟੁਕੜੇ ਹੁੰਦੇ ਆ, ਔਰ ਨਾ ਮਾਂ ਰਹਿ ਸਕਦੀ ਹੈ, ਨਾ ਬੱਚੇ ਰਹਿ ਸਕਦੇ ਆ। ਔਰ ਕੀ ਹਾਲਾਤ ਨੇ ਹੁਣ ਕਿ ਕਦੀ ਮਨ ਨਹੀਂ ਕਰਦਾ ਬੱਚਿਆਂ ਦਾ ਵੀ ਕਿ ਮਾਂ ਕੋਲ ਜਾਣਾ, ਜਾਂ ਮਾਂ ਦਾ ਦਿਲ ਕਰਦਾ ਹੋਵੇ ਕਿ ਹਾਂ ਵੀ ਮੈਂ ਆਪਣੇ ਬੱਚਿਆਂ ਕੋਲ ਜਾਣਾ? ਹਾਂਜੀ, ਦਿਲ ਤਾਂ ਬਹੁਤ ਕਰਦਾ ਹੈ ਕਿ ਆਪਣੇ ਬੱਚੇ ਦੇਖਾਂ, ਉਹਨਾਂ ਨੂੰ ਮਿਲਾਂ, ਪਰ ਉਹ ਬੇਟੀਆਂ ਹੈ ਨਾ, ਇਕੱਲੀ ਆ ਵੀ ਨਹੀਂ ਸਕਦੀਆਂ, ਅਤੇ ਨਾ ਹੀ ਉਹ ਜੇ ਇਕੱਲੀ ਆਉਂਦੀਆਂ ਹੈ, ਮਤਲਬ ਕਿ 10th ਕਲਾਸ 'ਚ ਪੜ੍ਹਨ ਦੀ ਵੱਡੀ ਬੇਟੀ ਮੇਰੀ। ਬਾਕੀ ਮੇਰੀ ਜੋ ਕੰਡੀਸ਼ਨ ਆ ਨਾ, ਮੈਂ ਆਪਣੇ ਕੋਲ ਆਪਣੇ ਬੱਚੇ ਲੈ ਕੇ ਵੀ ਨਹੀਂ ਆ ਸਕਦੀ ਹੈਗੀ, ਕਿਉਂਕਿ ਮੈਂ ਆਪ ਧੱਕੇ ਖਾਣ ਡਈ ਹਾਂ, ਅਤੇ ਉਹਨਾਂ ਨੂੰ ਕਿੱਥੋਂ ਖਵਾਉਣੇ ਆ। ਇੰਨਾ ਤਾਂ ਹੋਏਗਾ ਨਾ ਕਿ ਆਪਣੇ ਪਾਪਾ ਦੇ ਕੋਲ, ਆਪਣੀ ਦਾਦੀਆਂ ਦੇ ਕੋਲ ਆ, ਅਤੇ ਜ਼ਰੂਰ ਮਤਲਬ ਕਿ ਮਾਲਕ ਰਮਾਨ ਦੇਗਾ ਅਤੇ ਮੈਂ ਜ਼ਰੂਰ ਆਪਣੇ ਬੱਚਿਆਂ ਨੂੰ ਮਿਲਾਂਗੀ ਇੱਕ ਵਾਰੀ। ਬਾਕੀ ਉਹਨਾਂ ਦੇ ਬੇਟੀਆਂ ਦਾ ਫੋਨ ਆਉਂਦਾ ਹੈ, ਮੇਰੇ ਨਾਲ ਗੱਲ ਕਰਦੀਆਂ ਰਹਿੰਦੀਆਂ ਹੈ, ਹਾਲ ਚਾਲ ਮੇਰਾ ਪੁੱਛਦੀਆਂ ਰਹਿੰਦੀਆਂ ਹੈ। ਜਿਸ ਤਰ੍ਹਾਂ 15 ਦਿਨ ਕਰ ਲੈਣ, ਮਹੀਨੇ ਬਾਅਦ ਕਰ ਲੈਣ, ਇੱਕ ਵਾਰੀ ਮੈਨੂੰ ਫੋਨ ਕਰ ਲੈਂਦੇ ਆ ਉਹ। ਹਾਂਜੀ। ਪਰ ਸਹੁਰਾ ਪਰਿਵਾਰ ਨੇ ਕਦੀ ਨਹੀਂ ਤੁਹਾਡੀ ਦੇਖਭਾਲ ਕੀਤੀ? ਕਿਉਂਕਿ ਕਹਿੰਦੇ ਨੇ ਕਿ ਇੱਕ ਘਰ 'ਚੋਂ ਜਾ ਕੇ ਦੂਸਰੀ ਘਰ ਦੇ ਵਿੱਚ ਜਾ ਕੇ ਇੱਕ ਸਾਰਾ ਸੰਭਾਲਣਾ ਬੜਾ ਔਖਾ ਵੀ ਹੁੰਦਾ, ਲੇਕਿਨ ਜਦੋਂ ਸਾਰਾ ਕੁਛ ਇਹ ਚੀਜ਼ਾਂ ਆਪਾਂ ਕਰਦੇ ਹਾਂ, ਅਤੇ ਸਹੁਰੇ ਪਰਿਵਾਰ ਨੂੰ ਵੀ ਤੁਸੀਂ ਨਹੀਂ ਸਮਝਦੇ ਕਿ ਸਹੁਰੇ ਪਰਿਵਾਰ ਨੂੰ ਵੀ ਚਾਹੀਦਾ ਕਿ ਇੱਕ, ਜੇ ਮੈਂ ਕਿਸੇ ਦੀ ਧੀਆਂ ਤਾਂ ਉਹਨਾਂ ਦੀਆਂ ਵੀ ਧੀਆਂ ਤਾਂ ਹੋਣਗੀਆਂ ਹੀ ਨੇ? ਹਾਂਜੀ, ਉਹਨਾਂ ਦੀਆਂ ਹੈਗੀਆਂ ਹੀ ਹੈ ਧੀਆਂ, ਮਤਲਬ ਕਿ ਇਸ ਕੰਡੀਸ਼ਨ ਦੇ ਵਿੱਚ ਮੈਨੂੰ ਕੀ ਸੰਭਾਲਣ। ਹੁਣ ਤਾਂ 4-5 ਸਾਲ ਹੋ ਗਿਆ, ਨਾ ਮੈਂ ਉਹਨਾਂ ਦੇ ਕੋਲ ਕਦੀ ਆਈ ਸੀ, ਅਤੇ ਨਾ ਉਹ ਮੇਰੇ ਕੋਲ ਕਦੀ ਆਏ ਸੀ ਜਦੋਂ ਮਤਲਬ ਕਿ ਡਿਵੋਰਸ ਹੋ ਗਿਆ ਸੀ। ਬਸ ਇੰਨਾ ਹੀ ਕਿ ਬੇਟੀਆਂ ਹੀ ਮੈਨੂੰ ਚੋਰੀ ਛੱਪੀ ਫੋਨ ਕਰਦੀਆਂ ਹੈ, ਹੋਰ ਮੈਨੂੰ ਕੋਈ ਮਤਲਬ ਕਿ ਕੋਈ ਫੋਨ ਨਹੀਂ, ਕੋਈ ਕੁਛ ਨਹੀਂ। ਨਾ ਮੈਨੂੰ ਕੋਈ ਦੇਖਣ ਵਾਸਤੇ ਆਇਆ ਹੋਸਪਿਟਲ ਉੱਧਰੋਂ, ਸਹੁਰੇ ਪਰਿਵਾਰ 'ਚੋਂ, ਕਿਉਂਕਿ ਸਹੁਰੇ ਰਿਹਾ ਹੀ ਨਹੀਂ, ਜਦੋਂ ਡਿਵੋਰਸ ਹੀ ਹੋ ਗਿਆ। ਸਾਰਿਆਂ ਦੇ ਆਖੇ ਔਖੇ ਲੱਗ ਕੇ, ਉਦੋਂ ਭੂਆ ਹੋਣਾਂ ਦੇ ਸਾਰਿਆਂ ਦੇ ਮਗਰ ਲੱਗ ਕੇ ਮੈਂ ਡਿਵੋਰਸ ਦੇ ਲਿਆ। ਉਹ ਤਾਂ ਹੈ ਵੀ ਬਹੁਤ, ਮੈਂ ਪਰੇਸ਼ਾਨ ਸੀ ਤਾਂ ਕਰਕੇ। ਹਾਂਜੀ। ਕਹਿੰਦੇ ਕਿ ਇਕੱਲਿਆਂ ਵਾਸਤੇ ਇੱਕ ਜਿਹੜਾ ਹੈਗਾ ਬੜਾ ਕਹਿ ਸਕਦੇ ਕਿ ਡਰ ਵਾਲਾ ਮਾਹੌਲ ਵੀ ਹਰ ਵੇਲੇ ਦਿਮਾਗ 'ਚ ਰਹਿੰਦਾ ਹੈ, ਔਰ ਇੱਕ ਇਕੱਲੀ ਕੁੜੀ ਜਾਂ ਲੇਡੀਜ਼ ਵਾਸਤੇ ਵੀ ਰਹਿਣਾ ਬੜਾ ਔਖਾ ਹੁੰਦਾ ਹੈ। ਹੁਣ ਕੀ ਤੁਹਾਡੀ ਪੋਜੀਸ਼ਨ, ਕੀ ਤੁਸੀਂ ਕੰਮ ਕੋਈ ਕਰ ਸਕਦੇ ਘਰ ਦੇ ਵਿੱਚ, ਕਰਦੇ ਕਿ ਕੀ ਕਰਦੇ ਤੁਸੀਂ? ਹਾਂਜੀ, ਨਹੀਂ, ਮੈਂ ਕੋਈ ਕੰਮ ਨਹੀਂ ਕਰ ਪਾਉਂਦੀ। ਮੈਂ ਇਸ ਟਾਈਮ ਬੈੱਡ 'ਤੇ ਹੀ ਹਾਂ, ਮੈਨੂੰ 3 ਸਾਲ ਹੋ ਗਏ ਆ ਬੈੱਡ 'ਤੇ ਨੂੰ, ਹਜੇ ਤਾਂ ਕੁਛ ਵੀ ਨਹੀਂ ਆ। ਗਾੜੀ ਵੇਖੋ, ਅੰਕਲ ਜੀ ਉਹਨਾਂ ਨੇ ਮਤਲਬ ਕੇਅਰ ਵਾਸਤੇ ਰੱਖੀ ਹੋਈ ਹੈ, ਉਹੀ ਮੇਰੀ ਕੇਅਰ ਵਗੈਰਾ ਕਰਦੇ, ਰੋਟੀ ਰੂਟੀ ਜੋ ਮੇਰੇ ਕੱਪੜੇ ਵਗੈਰਾ ਸਭ ਕੁਛ ਉਹੀ ਉਹ ਧੋਂਦੇ ਆ। ਹਜੇ ਤਾਂ ਕੋਈ ਮਤਲਬ ਕਿ ਉਮੀਦ ਨਹੀਂ ਹੈਗੀ। ਇਸ ਚੀਜ਼ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ, ਅਤੇ ਤੁਹਾਡੀ ਜਿਹੜੀ ਪਹਿਲਾ ਇੰਟਰਵਿਊ ਹੈਗੀ ਹੈ, ਕਿਉਂਕਿ ਉਹ ਵੀ ਬਹੁਤ ਲੋਕਾਂ ਦੀ ਸੇਵਾ ਕਰਦੇ ਨੇ,
ਬਲਵਿੰਦਰ ਸਿੰਘ ਪੱਖੋ ਕੇ ਜਿਹੜੇ ਨੇ ਹੈ। ਔਰ ਕੀ ਆਉਣ ਵਾਲੀ ਲਾਈਫ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ, ਖਾਸ ਕਰਕੇ ਕਿ ਉਹ ਇਸ ਜਿਸ ਤਰ੍ਹਾਂ ਇਹ ਸੇਵਾ ਕਰ ਰਹੇ ਨੇ ਕਿ ਹੋਰਨਾਂ ਵੀ ਤੁਹਾਡੇ ਵਾਸਤੇ ਅੱਗੇ ਆਉਣਾ ਚਾਹੀਦਾ? ਹਾਂਜੀ ਹਾਂਜੀ, ਮੇਰੇ ਵਾਸਤੇ ਕਿ ਉਹਨਾਂ ਨੇ ਮੇਰੀ ਫਿਰ ਚਲੋ ਵੀਡੀਓ ਪਾਈ ਹੈ ਨਾ, ਅਤੇ ਮੈਨੂੰ ਬਹੁਤ ਹੈਲਪ ਹੋਣੀ। ਮੈਂ ਉਹਨਾਂ ਦਾ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਪਈ ਹਾਂ ਕਿ ਜਿਹੜੇ ਮਤਲਬ ਕਿ ਮੇਰੀ ਇਸ ਟਾਈਮ ਹੈਲਪ ਕਰਨ ਡੇ, ਬਹੁਤ ਜ਼ਿਆਦਾ ਕਰਨ ਡੇ ਆ। ਉਹਨਾਂ ਦੀ ਇੱਕ ਵੀਡੀਓ ਦੇ ਕਰਕੇ ਮੈਨੂੰ ਬਹੁਤ ਹੈਲਪ ਹੋਣ ਡਈ ਆ। ਬਹੁਤ ਬਹੁਤ ਧੰਨਵਾਦ ਪੱਖੋਕੇ ਵਾਲੇ ਅੰਕਲ ਜੀ ਦਾ ਵੀ ਅਤੇ ਦੂਜੇ ਅੰਕਲ ਜੀ ਦਾ ਵੀ। ਹਾਂਜੀ। ਹੋਰ ਕੀ ਤੁਸੀਂ ਸਰਕਾਰ ਨੂੰ ਜਾਂ ਖਾਸ ਕਰਕੇ ਪ੍ਰਸ਼ਾਸਨ ਨੂੰ ਕੁਛ ਕਹਿਣਾ ਚਾਹੋਗੇ ਕਿ ਲੜਕੀਆਂ ਦੇ ਨਾਲ ਜੋ ਇਸ ਤਰ੍ਹਾਂ ਕੁਛ ਹੁੰਦਾ ਹੈ ਉਹਦੇ ਵਾਸਤੇ ਕੁਝ ਨਾ ਕੋਈ ਠੋਸ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਤੁਸੀਂ ਜਿਸ ਹਾਲਾਤਾਂ ਵਿੱਚ ਹੈਗੇ ਜੇ, ਹੋਰ ਕੋਈ ਕੁੜੀ ਜਾਂ ਧੀ ਜਾਂ ਭੈਣ ਨਾ ਹੋਵੇ? ਹਾਂਜੀ, ਇਹ ਤਾਂ ਹੈ ਕਿ ਮੇਰੇ ਵਾਂਗੂ ਤਾਂ ਕੋਈ ਹੋਵੇ ਹੀ ਨਾ ਮਹਾਰਾਜ ਕਿਸੇ ਦੇ ਪਿਆਰੀ ਦੁਸ਼ਮਣ ਦੀ ਧੀ ਨੂੰ ਨਾ ਕਰੇ। ਬਾਕੀ ਬਾਹਰ ਇੰਨੇ ਕਾਨੂੰਨ ਆ ਹੈ ਨਾ ਕਿ ਇਕੱਲੀ ਕੁੜੀ ਰਹਿ ਵੀ ਸਕਦੀ ਆ, ਜੇ ਕੁਛ ਉਹਨੂੰ ਹੁੰਦਾ ਤਾਂ ਉਸੇ ਟਾਈਮ ਮਤਲਬ ਕਿ ਪੁਲਿਸ ਵੀ ਆ ਜਾਂਦੀ, ਸਭ ਕੁਛ ਹੀ। ਇੱਥੇ ਮੈਨੂੰ 8-9 ਦਿਨ ਦਰਖਾਸਤ ਦਿੱਤੀ ਨੂੰ ਵੀ ਹੋ ਗਈ, ਕੁਛ ਇੰਨਾ ਜ਼ਿਆਦਾ ਨਹੀਂ ਉਹਨਾਂ ਨੇ ਮਤਲਬ ਕਿ ਕੀਤਾ ਹੋਇਆ ਸੀ। ਬਾਕੀ ਚਲੋ ਜਿੱਦਾਂ ਵੀ ਆ ਹੁਣ ਤਾਂ ਠੀਕ ਹੈ। ਬਸ ਜ਼ਿਆਦਾ ਨਹੀਂ ਕੁਛ ਵੀ ਕਹਾਂਗੀ ਉਹਨਾਂ ਬਾਰੇ। ਹੋਰ ਕੀ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ, ਕੋਈ ਕੁਛ ਕਿ ਜਾਂ ਤੁਹਾਡੀ ਮਦਦ ਵਾਸਤੇ ਕੋਈ ਅੱਗੇ ਆਵੇ ਜਾਂ ਕੁਛ ਇਸ ਚੈਨਲ ਦੇ ਥਰੂ? ਹਾਂਜੀ, ਮਤਲਬ ਕਿ ਮੈਨੂੰ ਬਹੁਤ ਹੈਲਪ ਹੋਣ ਡਈ ਆ, ਮੈਂ ਤਾਂ ਉਹਨਾਂ ਦਾ ਹੀ ਧੰਨਵਾਦ ਕਰਦੀ ਪਈ ਹਾਂ। ਬਾਕੀ ਤੁਹਾਡੇ ਵਾਂਗੂ ਸਾਰੇ ਆਉਣ ਡੇ ਆ ਹੈ ਨਾ, ਜਿਹੜੇ ਜਿਹੜੇ ਮਤਲਬ ਵੀਡੀਓ ਦੇਖਣ ਡੇ ਉਹ ਸਾਰੇ ਹੀ ਆਉਣ ਡੇ ਆ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਠੀਕ ਹੈ। ਇਹ ਸਨ ਪਰਵਿੰਦਰ ਜੀ, ਜਿਨ੍ਹਾਂ ਨੇ ਜੋ ਕੁਛ ਵੀ ਇਹਨਾਂ ਦੀ ਲਾਈਫ ਦੇ ਵਿੱਚ ਹੋਇਆ ਸੀ, ਔਰ ਮੇਰੇ ਖਿਆਲ 'ਚ ਸਾਰੇ ਦਰਸ਼ਕਾਂ ਨੇ, ਸਰੋਤਿਆਂ ਨੇ ਸੁਣਿਆ ਵੀ ਹੋਏਗਾ। ਔਰ ਕੁਝ ਲੋਕਾਂ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਨਮ ਹੀ ਹੋਈਆਂ ਹੋਣਗੀਆਂ, ਕਿਉਂਕਿ ਇੰਨੀ ਤਜਰਬਤ ਸਹਿ ਕੇ ਵੀ ਜਿਹੜਾ ਹਜੇ ਤੱਕ ਵੀ ਉਹਨਾਂ ਦਾ, ਚਾਹੇ ਉਹ ਤੁਰ ਫਿਰ ਨਹੀਂ ਸਕਦੇ, ਕੋਈ ਕੰਮ ਕਾਰ ਨਹੀਂ ਕਰ ਸਕਦੇ, ਲੇਕਿਨ ਜਜ਼ਬਾ ਜਿਹੜਾ ਹੈਗਾ ਉਹਨਾਂ ਦਾ ਜੀਣ ਦਾ ਹਜੇ ਵੀ ਉਸੇ ਹੀ ਤਰ੍ਹਾਂ ਹੈ। ਔਰ ਬਹੁਤ ਸਾਰੀ ਜਿਹੜੀ NGOs ਹੈ ਉਹਨਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਹੈ। ਔਰ ਬਾਹਰੋਂ ਕੁਛ NRI ਵੀਰ ਨੇ ਜਿਹੜੇ ਜਿਨ੍ਹਾਂ ਦੇ ਫੋਨ ਵੀ ਇਹਨਾਂ ਨੂੰ ਆ ਰਹੇ ਨੇ। ਔਰ ਅਸੀਂ ਵੀ ਇਹੋ ਹੀ ਸਭ ਦੇ ਅੱਗੇ ਰਿਕੁਐਸਟ ਕਰਾਂਗੇ, ਬੇਨਤੀ ਕਰਾਂਗੇ ਕਿ ਇਸ ਧੀ ਨੂੰ ਅਗਰ ਕਿਸ ਚੀਜ਼ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਜਿੰਨੇ ਵੀ ਸਾਡੇ ਇਹ ਇੰਟਰਵਿਊ ਸੁਣਦੇ ਹੋਣ, ਵੇਖਦੇ ਹੋਣ, ਜ਼ਰੂਰ ਮਦਦ ਕਰਨ। ਔਰ ਇਸੇ ਹੀ ਤਰ੍ਹਾਂ ਦੇ ਅਸੀਂ ਹੋਰ ਵੀ ਕਿਸੇ ਸ਼ਕੀਤ ਨਾਲ ਤੁਹਾਨੂੰ ਮਿਲਾਉਣ ਦੀ ਫਿਰ ਕੋਸ਼ਿਸ਼ ਕਰਾਂਗੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਰਿੰਦਰ ਸਿੰਘ, ਬੋਲੀ ਹੋਲੀ ਬਾਬਾ ਚੈਨਲ, ਅੰਮ੍ਰਿਤਸਰ।